बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकातुहू। की हाल चाल है जी? ठीक ठाक। उम्मीद अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं एक ऐसा पाकिस्तानी आदमी जिहड़ा जवानी दे विच यूके जांदा और वो कहंदा कि चलो मेरे भैन भरा जिहड़े ने सौखे हो जाण, मेरे घर वालियां दा साह जरा सौखा निकल लग पए। ते ओदी वालदा कहंदी आ पुत्त तू चल जा यूके ते जाके कोई कमाई कर, कोई साडे हालात जिहड़े आ ओ सिद्धे हो जाण, बदल जाण। ते उस बंदे दा नाम सी बशीर। 35 साल दी उदों दी उमर सी ते ओ 30 साल दा अरसा जिहड़ा ना यूके रह के जिस वेले वापस पाकिस्तान आंदा ते बड़ियां इदां उहने भैन भरावां तो बगैर गुजारियां। तुहानूं पता जदों बंदा यूके जांदा पहले 5-7 साल तां वैसे लग जांदे ने उहनूं कागज वगैरह बनांदियां, उत्थे दी जिहड़ी शहरीयत मिलदी आ, फिर किते जाके बंदा सैटल हुंदा ते भैन भरावां तो दूर रहिंदा बंदा। ते ਉਹ ਬੰਦਾ जिस वेले 30 साल तो बाद पाकिस्तान वापस आया ते ਉਹਦੇ ਭਰਾਵਾਂ ने ਕਿਹਾ ਕਿ ਤੂੰ ਕੌਣ ਆ, ਕਿੱਧਰ ਆਇਆ, ਕਿਹੜੀ ਜਾਇਦਾਦ ਦੀ ਗੱਲ ਕਰਦਾ। ਭਰਾ ਜਿਹੜੇ ਨੇ ਬਈ ਉਹਨੂੰ ਪੈ ਗਏ ਅੱਗੋਂ ਤੇ ਉਹ ਵਿਚਾਰਾ ਬੜਾ ਪਰੇਸ਼ਾਨ ਹੋ ਗਿਆ। ਉਸ ਦੀ ਸਾਰੀ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਹਾਲਾਤ ਦੇ ਨਾਲ ਬੰਦੇ ਨੂੰ ਚੱਲਣਾ ਚਾਹੀਦਾ ਤੇ ਸਾਰਾ ਕੁਝ ਕਿਸੇ ਤੇ ਜਿਹੜਾ ਸੁੱਟ ਦੇਣਾ ਨਾ ਡਿਪੈਂਡ ਕਰਨਾ ਤੇ ਉਹ ਵੀ ਗਲਤ ਗੱਲ ਆ। ਬੰਦੇ ਨੂੰ ਆਪਣਾ ਵੀ ਕੁਝ ਸੋਚਣਾ ਚਾਹੀਦਾ, ਆਪਣੇ ਆਪ ਲਈ ਵੀ ਕੁਝ ਬਣਾਉਣਾ ਚਾਹੀਦਾ। ਵਰਨਾ ਜਿਸ ਤਰ੍ਹਾਂ ਦੀ ਇਹ ਸਟੋਰੀ ਆ, ਉਹਦੇ ਭਰਾਵਾਂ ਨੇ ਫਿਰ ਉਹਨੂੰ ਧੱਕੇ ਦੇ ਕੇ ਕੱਢ ਦਿੱਤਾ, ਉਹ ਵਿਚਾਰਾ ਰੁਲਿਆ। ਇਸੇ ਤਰ੍ਹਾਂ ਦਾ ਫਿਰ ਵਾਕਿਆ ਹੁੰਦਾ। ਪਾਕਿਸਤਾਨੀ ਇੱਕ ਆਦਮੀ ਜਿਹਦਾ ਨਾਮ ਬਸ਼ੀਰ ਸੀ, ਉਦੋਂ ਉਹਦੀ 35 ਸਾਲ ਉਮਰ ਸੀ ਤੇ ਘਰ 'ਚ ਬੜੀ ਗਰੀਬੀ ਸੀ। ਵਾਲਦਾ ਨੇ ਕਿਹਾ ਪੁੱਤ ਤੂੰ ਬਾਹਰ ਚੱਲ ਜਾ। ਉਹਦੇ 2 ਭਰਾ ਦੂਸਰੇ ਸੀ। ਚਲੋ ਤੇਰੇ ਭਰਾ ਜਿਹੜੇ ਨੇ ਇੱਥੇ ਪਾਕਿਸਤਾਨ ਰਹਿਣ ਇੱਥੇ ਕਮਾਈ ਕਰਨਗੇ, ਤੂੰ ਯੂਕੇ ਚਲ ਜਾ, ਉੱਥੇ ਜਾ ਕਾਗਜ਼ ਕੁਗਜ਼ ਬਣਵਾ ਲਾ। ਉਹ ਚਲੇ ਜਾਂਦਾ, ਉੱਥੇ ਉਹਦੇ ਕਾਗਜ਼ ਬਣ ਜਾਂਦੇ ਨੇ। ਉਹ ਨਾ 30 ਸਾਲ ਚੰਗੀ ਕਮਾਈ ਕਰਦਾ, ਕਮਾਈ ਕਰਕੇ ਘਰਦਿਆਂ ਨੂੰ ਪੈਸੇ ਹਰ ਮਹੀਨੇ ਭੇਜਦਾ। ਹੁਣ ਜਿਹੜੇ ਪਿੱਛੋਂ 2 ਭਰਾ ਸੀ ਨਾ, ਉਹ ਬੜੇ ਤੇਜ਼ ਤਰਾਰ ਸੀ। ਉਹਨਾਂ ਦੋਨਾਂ ਭਰਾਵਾਂ ਨੇ ਨਾ ਜਾਇਦਾਦਾਂ ਬਣਾਈਆਂ, ਮਕਾਨ, ਕੋਠੀਆਂ, ਬੰਗਲੇ ਬਣਾ ਲਏ, ਆਪਣੇ ਨਾਮ ਹਰ ਸ਼ੈ ਲਵਾ ਲਈ। ਤੇ 30 ਸਾਲ ਥੋੜਾ ਅਰਸਾ ਨਹੀਂ ਹੈਗਾ। ਇੱਕ ਬੰਦਾ ਯੂਕੇ ਚੋਂ ਪੈਸੇ ਭੇਜੇ, ਬੜਾ ਪੈਸਾ ਆ। ਉਹਨੇ ਵਿਚਾਰੇ ਨੇ ਦਿਨ ਰਾਤ ਮਿਹਨਤ ਕੀਤੀ, ਮਾਂ ਪਿਓ ਤੋਂ ਭੈਣ ਭਰਾਵਾਂ ਤੋਂ ਦੂਰ ਰਿਹਾ ਔਰ ਕਈ ਇਦਾਂ। ਫਿਰ ਉਸ ਕੱਲੇ ਬੰਦੇ ਨੇ ਬਸ਼ੀਰ ਨੇ ਯੂਕੇ ਦੇ ਵਿੱਚ ਗੁਜ਼ਾਰੀਆਂ ਭੈਣ ਭਰਾਵਾਂ ਤੋਂ ਬਗੈਰ, ਸਿਰਫ ਇਸ ਵਾਸਤੇ ਕਿ ਮੈਂ ਕਮਾਈ ਕਰਾਂ, ਕਮਾਈ ਕਰਕੇ ਪਾਕਿਸਤਾਨ ਭੇਜਾਂ, ਮੇਰੇ ਭਰਾ ਜਿਹੜੇ ਨੇ ਉਹ ਜਾਇਦਾਦਾਂ ਬਣਾਉਣਗੇ, ਉਸ ਤੋਂ ਬਾਅਦ ਫਿਰ ਮੈਂ ਵੀ ਪਾਕਿਸਤਾਨ ਜਾਵਾਂਗਾ, ਜਾ ਕੇ ਤੇ ਜੈਸ਼ੀ ਦੇ ਨਾਲ ਜ਼ਿੰਦਗੀ ਗੁਜ਼ਾਰਾਂਗੇ। ਉਹ ਬੰਦਾ 30 ਸਾਲ ਉਹ ਝੋਟੇ ਵਾਂਗੂ ਕਮਾਉਂਦਾ ਤੇ ਕਮਾ ਕੇ ਪੈਸੇ ਪੂਸੇ ਭੇਜਦਾ। ਜਦੋਂ ਵਾਪਸ ਆਂਦਾ ਪਾਕਿਸਤਾਨ, ਉਹ ਭਰਾਵਾਂ ਨੂੰ ਪੁੱਛਦਾ, ਹਾਂਜੀ ਭਰਾਓ ਕੀ ਬਣਾਇਆ ਤੁਸੀਂ? ਸਾਰਿਆਂ ਨੇ ਆਪਣੇ ਆਪਣੇ ਘਰ ਬਣਾ ਲਏ, ਕੋਠੀਆਂ, ਬੰਗਲੇ, ਮੇਰਾ ਕਿਹੜਾ ਘਰ ਆ? ਤੇ ਭਰਾ ਕਹਿਣ ਲੱਗੇ ਕਿਹੜਾ ਤੇਰਾ ਘਰ? ਅਸੀਂ ਕੋਈ ਸ਼ੈ ਨਹੀਂ ਬਣਾਈ ਹੈਗੀ, ਨਾ ਕੋਈ ਕੋਠੀ, ਨਾ ਬੰਗਲਾ, ਨਾ ਘਰ, ਨਾ ਤੇਰਾ ਕੋਈ ਘਰ ਆ। ਉਹ ਦੋਨੋਂ ਭਰਾ ਜਿਹੜੇ ਸਾਫ਼ ਹੀ ਮੁੱਕਰ ਗਏ। ਉਹ ਬੜਾ ਪਰੇਸ਼ਾਨ ਹੋ ਗਿਆ ਕਿ ਯਾਰ ਮੈਂ ਇੰਨੀ ਕਮਾਈ 30 ਸਾਲ ਕੀਤੀ ਆ ਤੇ ਕਮਾ ਕੇ ਤੁਹਾਨੂੰ ਘਰ ਪੈਸੇ ਭੇਜਦਾ ਰਿਹਾ ਤੇ ਤੁਸੀਂ ਕੋਈ ਸ਼ੈ ਨਹੀਂ ਬਣਾਈ ਹੈਗੀ। ਉਹਨੇ ਫਿਰ ਨਾ ਆਸੇ ਪਾਸਿਓਂ ਸੂਹ ਲਈ, ਜਸੂਸੀ ਕੀਤੀ। ਪਤਾ ਲੱਗਾ ਕਿ ਇਹਨਾਂ ਨੇ ਦੋਨਾਂ ਭਰਾਵਾਂ ਨੇ ਚੰਗੀ ਜਾਇਦਾਦ ਬਣਾਈ ਆ ਔਰ ਆਪਣੇ ਨਾਮ ਕਰਵਾਉਂਦੇ ਰਹੇ। ਤੇ ਉਹ ਫਿਰ ਆਇਆ, ਆਪਣੇ ਭਰਾਵਾਂ ਨੂੰ ਦੱਸਿਆ। ਉਹਨੇ ਉਹਨਾਂ ਦੇ ਨਾਲ ਉਹਨੇ ਲੜਨਾ ਸ਼ੁਰੂ ਕਰਤਾ, ਝਗੜਨਾ ਸ਼ੁਰੂ ਕਰਤਾ ਤੇ ਆਖਰਕਾਰ ਉਹ ਪਰੇਸ਼ਾਨ ਹੋ ਕੇ ਬਹਿ ਜਾਂਦਾ। ਫਿਰ ਆਪਣੇ ਦੋਸਤਾਂ ਕੋਲ ਜਾਂਦਾ, ਜਾ ਕੇ ਉਹਨਾਂ ਨੂੰ ਸਾਰੀ ਸਟੋਰੀ ਸੁਣਾਉਂਦਾ ਕਿ ਯਾਰ ਮੈਂ ਇਸ ਤਰ੍ਹਾਂ 30 ਸਾਲ ਰਿਹਾ ਯੂਕੇ ਦੇ ਵਿੱਚ ਤੇ ਪਿੱਛੋਂ ਭਰਾ ਜਿਹੜੇ ਨੇ ਉਹ ਮਾਲ ਪਾਣੀ ਸਾਰਾ ਹੜੱਪ ਕਰਦੇ ਰਹੇ, ਜਾਇਦਾਦ ਬਣਾ ਲਈ, ਸਾਰਾ ਕੁਝ ਉਹਨਾਂ ਨੇ ਆਪਣੇ ਨਾਮ ਕਰਵਾ ਲਿਆ। ਮੇਰੇ ਨਾਮ ਕੋਈ ਚੀਜ਼ ਵੀ ਨਹੀਂ, ਮੈਨੂੰ ਕੋਈ ਸ਼ੈ ਵੀ ਨਹੀਂ ਦਿੰਦੇ ਹੈਗੇ। ਉਹਦੇ ਭਰਾਵਾਂ ਨੇ ਕਿਹਾ ਕਿ ਹੁਣ ਤੂੰ ਕੀ ਕਰ ਸਕਦਾ, ਤੂੰ ਇਹਨਾਂ ਨੂੰ ਮਾਰ ਵੀ ਨਹੀਂ ਸਕਦਾ, ਕਿਉਂਕਿ ਜੇ ਤੂੰ ਇਹਨਾਂ ਨੂੰ ਮਾਰੇਗਾ ਤੇਰੀ ਵਾਲਦਾ ਜਿਹੜੀ ਆ ਉਹ ਰੁੱਲ ਜਾਏਗੀ, ਬਹੁਤ ਪਰੇਸ਼ਾਨ ਹੋਏਗੀ। ਉਹਨੇ ਕਿਹਾ ਇਹ ਤਾਂ ਗੱਲ ਠੀਕ ਆ, ਮੈਂ ਇਹਨਾਂ ਨੂੰ ਮਾਰ ਵੀ ਨਹੀਂ ਸਕਦਾ, ਲੜਾਈ ਝਗੜਾ ਵੀ ਨਹੀਂ ਕਰ ਸਕਦਾ,
ਉਹਨਾਂ ਦੋਸਤਾਂ ਨੇ ਉਹਨੂੰ ਇਹ ਮਸ਼ਵਰਾ ਦਿੱਤਾ ਕਿ ਤੂੰ ਬਸ਼ੀਰ ਸ਼ਾਦੀ ਜਿਹੜੀ ਹੈ ਯੂਕੇ ਚ ਕਰਾ ਲਈ ਆ ਤੇ ਤੇਰੀਆਂ 2 ਬੱਚੀਆਂ ਨੇ ਤੇ ਤੂੰ ਹੁਣ ਇਸ ਤਰ੍ਹਾਂ ਕਰ ਜਿਸ ਤਰ੍ਹਾਂ ਇਹਨਾਂ ਨੇ ਤੇਰੇ ਨਾਲ ਗੇਮ ਖੇਡੀ ਆ ਨਾ ਤਾਂ ਤੂੰ ਇਹਨਾਂ ਦੇ ਨਾਲ ਗੇਮ ਖੇਡ। ਤੂੰ ਇਸ ਤਰ੍ਹਾਂ ਕਰ ਜਾ ਕੇ ਭਰਾਵਾਂ ਨੂੰ ਗਲੇ ਮਿਲ, ਖੁਸ਼ੀ ਨਾ ਉਹਨਾਂ ਨੂੰ ਦੋਨਾਂ ਭਰਾਵਾਂ ਨੂੰ ਬਿਠਾ ਕੇ ਕਹਿ ਕਿ ਭਰਾਵੋ ਮੇਰੀਆਂ 2 ਬੇਟੀਆਂ ਨੇ ਤੇ ਮੈਂ ਦੋਨਾਂ ਦੀ ਸ਼ਾਦੀ ਜਿਹੜੀ ਆ ਤੁਹਾਡਾ ਇੱਕ ਬੱਚਾ ਦੋਵਾਂ ਭਰਾਵਾਂ ਦਾ ਉਹਨਾਂ ਦੇ ਨਾਲ ਕਰਨਾ ਚਾਹਨਾ। ਮੈਂ ਚਾਹਨਾ ਮੈਂ ਆਪਣੇ ਭਤੀਜੇ ਵੀ ਬਰਤਾਨੀਆ ਨਾਲ ਯੂਕੇ ਲੈ ਜਾ। ਤੇ ਉਹਨੇ ਜਿਸ ਵੇਲੇ ਭਰਾਵਾਂ ਦੇ ਨਾਲ ਆ ਕੇ ਮਿਲਿਆ, ਗੱਲਬਾਤ ਕੀਤੀ, ਭਰਾ ਪਹਿਲਾਂ ਤਾਂ ਨਾਰਾਜ਼ ਸੀ ਨਾ, ਜਦੋਂ ਦੇਖਿਆ ਇਹ ਸਾਡੇ ਪੁੱਤਰਾਂ ਨੂੰ ਵੀ ਲੈ ਕੇ ਜਾ ਰਿਹਾ ਬਾਹਰ ਤੇ ਆਪਣੀਆਂ 2 ਬੇਟੀਆਂ ਜਿਹੜੀਆਂ ਉਹਨਾਂ ਦਾ ਰਿਸ਼ਤਾ ਦੋਨਾਂ ਭਰਾਵਾਂ ਦਾ ਇੱਕ ਪੁੱਤਰ ਸੀ ਉਹਨਾਂ ਨੂੰ ਦੇ ਰਿਹਾ ਤੇ ਉਹ ਬੜੇ ਖੁਸ਼ ਹੋ ਗਏ। ਉਹਨਾਂ ਨੇ ਕਿਹਾ ਭਰਾਵਾ ਇਹ ਤਾਂ ਗੱਲ ਬਹੁਤ ਅੱਛੀ ਆ। ਉਹਨੇ ਇਸ ਤਰ੍ਹਾਂ ਕੀਤਾ, ਉਹ ਜਿਹੜੀਆਂ ਲੜਕੀਆਂ ਸੀ ਉਹਨਾਂ ਦਾ ਨਿਕਾਹ ਜਿਹੜਾ ਨਾ ਦੋਨਾਂ ਦਾ ਉਹਨਾਂ ਭਤੀਜਿਆਂ ਦੇ ਨਾਲ ਕਰਤਾ। ਉਹ ਬਾਹਰ ਚਲੇ ਜਾਂਦਾ, ਜਾ ਕੇ ਉੱਥੇ ਉਹਨਾਂ ਦੇ ਕਾਗਜ਼ ਅਪਲਾਈ ਕਰਦਾ, ਉਹ ਭਤੀਜਿਆਂ ਨੂੰ ਵੀ ਬਾਹਰ ਬੁਲਾ ਲੈਂਦਾ ਉਹਨਾਂ ਦੇ ਜਦੋਂ ਵੀਜ਼ਾ ਲੱਗ ਜਾਂਦਾ। ਭਤੀਜੇ ਜਿਹੜੇ ਆ ਉਹ ਦੋਨੋਂ ਬਾਹਰ ਚਲੇ ਗਏ। ਹੁਣ ਉਹਨੇ ਆਪਣੀਆਂ ਬੇਟੀਆਂ ਨੂੰ ਦੱਸਿਆ ਸੀ ਕਿ ਇਸ ਭਰਾਵਾਂ ਨੇ ਮੇਰੇ ਨਾਲ ਇਸ ਤਰ੍ਹਾਂ ਧੋਖਾ ਕੀਤਾ ਸੀ ਤੇ ਹੁਣ ਤੁਸੀਂ ਇਸ ਤਰ੍ਹਾਂ ਦੀ ਚਾਲ ਚੱਲਣੀ ਆ ਕਿ ਉਹ ਜਿੰਨੀ ਵੀ ਜਾਇਦਾਦ ਆ ਸਾਰੀ ਇਹ ਜਿਹੜੇ ਪੁੱਤਰ ਨੇ ਮੇਰੇ ਭਤੀਜੇ ਨੇ ਇਹ ਤੁਹਾਡੇ ਨਾਲ ਲਵਾ ਦੇਣ। ਤੇ ਉਹ ਲੜਕੀਆਂ ਬੜੀਆਂ ਹੁਸ਼ਿਆਰ ਚਲਾਕ ਸੀ, ਉਹਨਾਂ ਨੂੰ ਪਤਾ ਸੀ ਯੂਕੇ ਦੇ ਵਿੱਚ ਔਰਤ ਦੇ ਬੜੇ ਹਕੂਕ ਆ, ਇਹ ਕੁਝ ਵੀ ਨਹੀਂ ਕਰ ਸਕਦੇ ਹੈਗੇ। ਤੇ ਉਹਨਾਂ ਨੇ ਲੜਕੀਆਂ ਨੇ ਉਸ ਲੜਕਿਆਂ ਨੂੰ ਹੱਥਾਂ 'ਚ ਲਿਆ, ਪਾਕਿਸਤਾਨ ਦੇ ਵਿੱਚ ਜਿੰਨੀ ਵੀ ਜਾਇਦਾਦ ਆ ਉਹ ਸਾਰੀ ਸਾਡੇ ਨਾਂ ਲਵਾਵੋ। ਜਿਹੜੇ ਲੜਕੇ ਸੀ ਦੋਨੋਂ ਉਹ ਕਹਿੰਦੇ ਠੀਕ ਆ ਅਸੀਂ ਲਵਾ ਦਿਆਂ। ਉਹਨਾਂ ਨੇ ਕੀ ਲੈਣਾ ਸੀ, ਯੂਕੇ ਚਲੇ ਗਏ ਸੀ ਤੇ ਲੜਕੀਆਂ ਦੇ ਪਿੱਛੇ ਉਹ ਕਲਮਾ ਹੱਕ ਕਹਿੰਦੇ ਸੀ, ਜੋ ਆਵਾਜ਼ ਲੜਕੀ ਕੱਢਦੀ ਸੀ ਉਹੀ ਕਰਦੇ ਸੀ। ਯਾਨੀ ਉਹ ਲੜਕੀਆਂ ਨੇ ਇੰਨਾ ਉਹਨਾਂ ਨੂੰ ਕਾਬੂ ਕਰ ਲਿਆ ਕਿ ਉਹਨਾਂ ਨੇ ਆਪਣੇ ਵਾਲਿदैन ਨੂੰ ਕਿਹਾ ਅੱਬਾ ਜੀ ਉਹ ਜਿਹੜੀ ਜਾਇਦਾਦ ਆ ਨਾ ਸਾਡੇ ਨਾਂ ਲਵਾ ਦਿਓ। ਉਹ ਜਾਇਦਾਦ ਜਿਹੜੀ ਸੀ ਉਹ ਪੁੱਤਰਾਂ ਦੇ ਨਾਂ ਸਭ ਤੋਂ ਪਹਿਲਾਂ ਲੜਕੀਆਂ ਨੇ ਲਵਾਈ, ਉਸ ਤੋਂ ਬਾਅਦ ਲੜਕੀਆਂ ਨੇ ਫਿਰ ਐਸਾ ਜਾਲ ਸੁੱਟਿਆ ਕਿ ਉਹ ਜਾਇਦਾਦ ਜਿਹੜੀ ਸੀ ਆਪਣੇ ਨਾਲ ਲਵਾ ਲਈ। ਉਸ ਤੋਂ ਬਾਅਦ ਉਹ ਵਕਤ ਆਇਆ ਕਿ ਉਹ ਜਿਹੜੇ 2 ਭਰਾ ਸੀ ਗੁਰੂਰ ਘਮੰਡ ਤਕੱਬਰ ਕਰਦੇ ਸੀ ਕਿ ਉਹਨਾਂ ਦੇ ਹੱਥੋਂ ਸਾਰਾ ਕੁਝ ਨਿਕਲ ਗਿਆ। ਉਹ ਜਿੰਨੀ ਵੀ ਜਾਇਦਾਦ ਸੀ ਨਾ ਉਹ ਕੁੜੀਆਂ ਨੇ ਐਸਾ ਖੇਲ ਖੇਡਿਆ ਕਿ ਉਹ ਬੰਦਿਆਂ ਨੇ ਨਾ ਉਹ ਆਪਣੀਆਂ ਬੀਵੀਆਂ ਦੇ ਨਾਮ ਲਵਾਤੀ ਜਾਇਦਾਦ। ਇਸ ਤਰ੍ਹਾਂ ਉਹ ਜਿਹੜੇ 2 ਭਰਾ ਸੀ ਬਿਲਕੁਲ ਸੜਕ ਤੇ ਆ ਗਏ, ਉਹਨਾਂ ਕੋਲ ਕੋਈ ਚੀਜ਼ ਨਾ ਬਚੀ। ਇਸ ਤਰ੍ਹਾਂ ਉਸ ਭਰਾ ਬਸ਼ੀਰ ਨੇ ਅਬ ਦੋਨਾਂ ਭਰਾਵਾਂ ਕੋਲੋਂ ਗੇਮ ਖੇਡ ਕੇ, ਪਹਿਲਾਂ ਭਰਾਵਾਂ ਨੇ ਖੇਡੀ ਫਿਰ ਇਹਨੇ ਗੇਮ ਖੇਡੀ ਤੇ ਉਹਨਾਂ ਦੋਨਾਂ ਭਰਾਵਾਂ ਨੂੰ ਕੰਗਾਲ ਕਰ ਦਿੱਤਾ। ਤੇ ਇਹ ਇੱਕ ਬੜੀ ਅੱਛੀ ਸਬਕ ਅਮੋਜ਼ ਕਹਾਣੀ ਆ ਕਿ ਤੁਸੀਂ ਕਿਸੇ ਵੀ ਭਰਾਵਾਂ ਤੇ ਜਾਂ ਭੈਣਾਂ ਤੇ ਜਾਂ ਕਿਸੇ ਤੇ ਇੰਨਾ ਵੀ ਯਕੀਨ ਨਾ ਕਰੋ ਕਿ ਉਹ ਸਾਰਾ ਕੁਝ ਹੜੱਪ ਕਰ ਜਾਣ। ਤੁਹਾਨੂੰ ਚਾਹੀਦਾ ਸੀ, ਇਹ ਬਸ਼ੀਰ ਨੂੰ ਚਾਹੀਦਾ ਸੀ ਕਿ ਜਦੋਂ ਉਹ ਬਾਹਰ ਸੀ ਆਪਣਾ ਵੀ ਕੁਝ ਬਣਾਉਂਦਾ। ਉਹ ਸਾਰਾ ਭਰਾਵਾਂ ਦੇ ਆਸਰੇ ਤੇ ਰਿਹਾ। ਤੇ ਹੁਣ ਤੁਸੀਂ ਕਮੈਂਟਸ ਕਰਕੇ ਦੱਸਣਾ ਕਿ ਉਹ ਜਿਹੜੀ ਗੇਮ ਬਸ਼ੀਰ ਨੇ ਖੇਡੀ ਉਹ ਠੀਕ ਸੀ ਜਾਂ ਜਿਹੜੀ ਭਰਾਵਾਂ ਨੇ ਖੇਡੀ ਉਹ ਠੀਕ ਸੀ। ਦੋਨਾਂ ਨੇ ਗਲਤ ਕੀਤਾ ਮੇਰੇ ਹਿਸਾਬ ਦੇ ਨਾਲ। ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਅਗਰ ਬਸ਼ੀਰ ਪੈਸੇ ਕਮਾ ਕੇ ਭੇਜਦਾ ਸੀ, ਭਰਾਵਾਂ ਨੂੰ ਚਾਹੀਦਾ ਸੀ ਕਿ ਬਸ਼ੀਰ ਦਾ ਹਿੱਸਾ ਜਿਹੜਾ ਆਪਣੇ ਬਰਾਬਰ ਉਹਦੀ ਵੀ ਉਨੀ ਜਗ੍ਹਾ ਬਣਾ ਦੇ ਜਿੰਨੀ ਦੋਨੋਂ ਭਰਾ ਆਪਣੇ ਬਣਾਉਂਦੇ ਸੀ। ਇਹ ਹੱਕ ਵਾਲੀ ਗੱਲ ਆ, ਇਹੋ ਗੱਲ ਹੱਕ ਵਾਲੀ ਆ, ਇਨਸਾਫ ਦੀ ਆ। इंसाफ ना चलना चाहिए, बेईमानी नहीं करनी चाहिए। अल्लाह ताला सब ते रहमत फरमाए। अल्लाह ताला सब अपने हिफ्ज़-ओ-ईमान च रखे। अस्सलामु अलैकुम व रहमतुल्लाहि व बरकातुहू।